ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਾਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਨਈ ਸੀਰੀਜ਼ ਸ਼ੁਰੂ ਕਰਨ ਵਾਲੇ ਹਾਂ ਜੋ ਕਿ ਤੁਹਾਨੂੰ ਆਉਣ ਵਾਲੇ ਪੰਜਾਬ ਪੁਲਿਸ ਦੇ ਐਗਜ਼ਾਮ ਦੇ ਵਿੱਚ ਹੈਲਪ ਕਰੇਗੀ। ਤੇ ਸੈਕਸ਼ਨ ਵਾਈਜ਼ ਜਿਹੜੀ ਹੈ ਮੈਂ ਤੁਹਾਨੂੰ ਡਿਸਕਸ ਕਰਾਂਗਾ। ਜਿਵੇਂ ਪਹਿਲਾ ਆਪਣਾ ਜਨਰਲ ਅਵੇਅਰਨੈਸ ਦੇ ਵਿੱਚ ਪਹਿਲਾ ਹੀ ਟੌਪਿਕ ਹੈਗਾ ਕਨਸਟੀਟਿਊਸ਼ਨ ਐਂਡ ਇਟਸ ਫੀਚਰਸ, ਤਾਂ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਅੰਦਰ। ਤਾਂ ਪਹਿਲਾ ਕੁਐਸਚਨ ਹੈਗਾ ਦ ਕਨਸਟੀਟਿਊਸ਼ਨ ਅਸੈਂਬਲੀ ਆਫ ਇੰਡੀਆ ਹੈਲਡ ਇਟਸ ਫਸਟ ਮੀਟਿੰਗ ਔਨ, ਯਾਨੀ ਕਿ ਜਿਹੜੀ ਆਪਣੀ ਕਨਸਟੀਟਿਊਸ਼ਨ ਅਸੈਂਬਲੀ ਬਣੀ ਸੀਗੀ ਉਹਦੀ ਫਸਟ ਮੀਟਿੰਗ ਕਦੋਂ ਹੋਈ ਸੀ। ਕਿਉਂਕਿ ਕਨਸਟੀਟਿਊਸ਼ਨ ਅਸੈਂਬਲੀ ਤੁਹਾਨੂੰ ਪਤਾ ਹੀ ਹੈ ਕੈਬਨਿਟ ਮਿਸ਼ਨ ਜਦੋਂ ਆਇਆ ਸੀਗਾ ਉਹ ਤੋਂ ਬਾਅਦ ਸ਼ੁਰੂ ਹੋਈ ਸੀਗੀ। ਅਤੇ ਉਹ ਤੋਂ ਪਹਿਲਾਂ ਕ੍ਰਿਪਸ ਪ੍ਰਪੋਜ਼ਲ ਵੀ ਆਇਆ ਸੀਗਾ ਜੋ ਤੁਸੀਂ ਜਾਣਦੇ ਹੋ, ਲੇਕਿਨ ਕ੍ਰਿਪਸ ਪ੍ਰਪੋਜ਼ਲ ਜਿਹੜਾ 1942 ਦੇ ਵਿੱਚ ਆਇਆ ਸੀਗਾ ਉਹ ਆਪਾਂ ਰਿਜੈਕਟ ਕਰ ਦਿੱਤਾ ਗਿਆ ਸੀਗਾ। ਕਿਉਂ ਕੀਤਾ ਗਿਆ ਸੀਗਾ? ਕਿਉਂਕਿ ਉਹ ਕਨਸਟੀਟਿਊਸ਼ਨ ਤਾਂ ਇੰਡੀਪੈਂਡੈਂਟ ਇੰਡੀਆ ਦੇ ਬਣਾਉਣ ਦੀ ਗੱਲ ਕਰ ਰਿਹਾ ਸੀਗਾ, ਲੇਕਿਨ ਉਹ ਚਾਹੁੰਦਾ ਸੀਗਾ ਕਿ ਜਿਹੜੀ ਅਡੋਪਟ ਕਰਨ ਦੀ ਗੱਲ ਸੀ ਨਾ ਉਹ ਵਰਲਡ ਵਾਰ 2 ਦੇ ਬਾਅਦ ਦੀ ਕਹਿ ਰਹੇ ਸੀਗੇ। ਯਾਨੀ ਕਿ 42 ਦੇ ਵਿੱਚ ਵਰਲਡ ਵਾਰ 2 ਸ਼ੁਰੂ ਹੋਇਆ ਸੀਗਾ ਅਤੇ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਮੰਡਵਾਲੀ ਕੀਤੀ ਗਈ ਸੀਗੀ ਆਪਣੇ ਹਿੰਦੁਸਤਾਨੀਆਂ ਨਾਲ ਕਿ ਤੁਹਾਨੂੰ ਕਨਸਟੀਟਿਊਸ਼ਨ ਦੇਵਾਂਗੇ ਜਾਂ ਜਿੱਦੇ ਵੀ ਤਰ੍ਹਾਂ ਦੇ ਫਾਇਦੇ ਹੋਣਗੇ। ਕਿਉਂਕਿ ਆਪਾਂ ਹਲੇ ਕਨਸਟੀਟਿਊਸ਼ਨ ਬਾਰੇ ਗੱਲ ਕਰ ਰਹੇ ਤਾਂ ਆਪਾਂ ਕਨਸਟੀਟਿਊਸ਼ਨ ਅਸੈਂਬਲੀ ਬਾਰੇ ਹੀ ਗੱਲ ਕਰਾਂਗੇ। ਅਤੇ ਕ੍ਰਿਪਸ ਪ੍ਰਪੋਜ਼ਲ ਜਿਹੜਾ ਸੀਗਾ ਉਹ ਮੁਸਲਿਮ ਲੀਗ ਨੇ ਵੀ ਠੁਕਰਾ ਦਿੱਤਾ ਗਿਆ ਸੀਗਾ ਕਿਉਂਕਿ ਉਹ ਦੋ ਚਾਹੁੰਦੇ ਸੀ ਵੀ 2 ਆਟੋਨੋਮਸ ਸਟੇਟ ਬਣਨ ਇੰਡੀਆ ਪਾਕਿਸਤਾਨ। ਚਲੋ ਬਾਅਦ ਦੀ ਗੱਲਾਂ ਨੇ, ਥੋੜ੍ਹੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਸੀ ਉਹ ਮੈਂ ਦੇਤੀ। ਅਤੇ ਜਿਹੜੀ ਫਸਟ ਸੀਟਿੰਗ ਹੋਈ ਸੀ ਉਹ ਹੋਈ ਸੀਗੀ ਜੀ 9 ਦਸੰਬਰ 1946, ਯਾਨੀ ਕਿ ਇਹਦਾ ਆਨਸਰ ਹੋਊਗਾ ਆਪਸ਼ਨ ਨੰਬਰ ਬੀ। ਠੀਕ ਹੈ, ਤੁਸੀਂ ਮੈਨੂੰ ਕੁਐਸਚਨ ਦੇ ਵਿੱਚ ਦੱਸ ਸਕਦੇ ਹੋ ਕਿ ਕੈਬਨਿਟ ਮਿਸ਼ਨ ਪਲਾਨ ਭਾਰਤ ਕਿਹੜੇ ਸਾਲ ਵਿੱਚ ਆਇਆ ਸੀਗਾ? 42, 43, 44, 46, ਜੋ ਵੀ ਤੁਹਾਨੂੰ ਆਪਸ਼ਨ ਲੱਗਦਾ ਸਹੀ ਉਹਦਾ ਆਨਸਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦਿਓ। ਅਤੇ ਜਿਹੜੀ ਆਹ ਕਨਸਟੀਟਿਊਸ਼ਨਲ ਅਸੈਂਬਲੀ ਸੀਗੀ ਇਹਦਾ ਪੂਰਾ ਜਦੋਂ ਕੰਮ ਖਤਮ ਹੋ ਗਿਆ ਸੀਗਾ ਤਾਂ ਇਹਨੂੰ ਡਿਸਬੈਂਡ ਕਰ ਦਿੱਤਾ ਗਿਆ ਸੀਗਾ 24 ਜਨਵਰੀ 1950 ਦੇ ਵਿੱਚ। ਅਤੇ ਜਿਹੜੀ ਇਹਦੀ ਅਟੈਂਡੈਂਸ ਸੀਗੀ ਯਾਨੀ ਕਿ ਸੈਸ਼ਨ ਦੇ ਵਿੱਚ ਲੋਕੀ ਆਏ ਸੀਗੇ 211 ਮੈਂਬਰ ਸੀਗੇ। ਤਾਂ ਇਸ ਹਿਸਾਬ ਨਾਲ ਇਹਦਾ ਆਨਸਰ ਕੀ ਹੋ ਜਾਊਗਾ? ਆਪਸ਼ਨ ਨੰਬਰ ਬੀ। ਫਿਰ ਗੱਲ ਕਰਦੇ ਹਾਂ ਹੂ ਚੇਅਰਡ ਦਾ ਫਸਟ ਮੀਟਿੰਗ ਆਫ ਕਨਸਟੀਟਿਊਸ਼ਨ ਅਸੈਂਬਲੀ। ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗਿਆ ਕਿ ਜਿਹੜੀ ਫਸਟ ਮੀਟਿੰਗ ਸੀਗੀ ਉਹ 9 ਦਸੰਬਰ 1946 ਦੇ ਵਿੱਚ ਹੋਈ ਸੀਗੀ ਅਤੇ ਮੁਸਲਿਮ ਲੀਗ ਨੇ ਇਹਨੂੰ ਬਾਈਕਾਟ ਵੀ ਕੀਤਾ ਸੀਗਾ ਕਿਉਂਕਿ ਉਹ ਸੈਪਰੇਟ ਨੇਸ਼ਨ ਪਾਕਿਸਤਾਨ ਦੀ ਮੰਗ ਕਰ ਰਹੇ ਸੀਗੇ। ਅਤੇ ਜੇਕਰ ਮੈਂ ਗੱਲ ਕਰਾਂ ਜਿਹੜੀ ਫਰੈਂਚ ਪ੍ਰੈਕਟਿਸ ਹੈ ਨਾ ਉਹ ਕਹਿੰਦੀ ਹੈ ਵੀ ਜਿਹੜਾ ਵੀ ਕਮੇਟੀ ਦਾ ਸਭ ਤੋਂ ਓਲਡੈਸਟ ਮੈਂਬਰ ਹੈ ਉਹ ਪ੍ਰੈਜ਼ੀਡੈਂਟ ਬਣੇਗਾ। ਕੀ ਬਣੇਗਾ? ਲੇਕਿਨ ਉਹ ਟੈਂਪਰੇਰੀ ਪ੍ਰੈਜ਼ੀਡੈਂਟ ਬਣੇਗਾ। ਤਾਂ ਜਿਹੜੀ ਫਸਟ ਮੀਟਿੰਗ ਸੀਗੀ ਕਨਸਟੀਟਿਊਸ਼ਨ ਅਸੈਂਬਲੀ ਦੀ ਉਹਦੇ ਜਿਹੜੇ ਟੈਂਪਰੇਰੀ ਪ੍ਰੈਜ਼ੀਡੈਂਟ ਸੀਗੇ ਉਹ ਸੀਗੇ ਡਾਕਟਰ ਸਚਿਦਾਨੰਦ ਸਿਨਹਾ, ਆਪਸ਼ਨ ਨੰਬਰ ਸੀ। ਆ ਜਿਹੜੇ ਨੇ ਸਚਿਦਾਨੰਦ ਸਿਨਹਾ ਨੇ ਜੀ। ਅਤੇ ਬਾਅਦ ਦੇ ਵਿੱਚ ਜਦੋਂ ਇਲੈਕਟਡ ਜਿਹੜੇ ਪ੍ਰੈਜ਼ੀਡੈਂਟ ਬਣਾਏ ਗਏ ਸੀ ਅਸੈਂਬਲੀ ਦੇ ਉਹ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ ਜਿਹੜੇ ਆਪਣੇ ਪਹਿਲੇ ਪ੍ਰੈਜ਼ੀਡੈਂਟ ਵੀ ਸੀਗੇ। ਹੁਣ ਮੈਂ ਥੋੜ੍ਹਾ ਜਿਹਾ ਸਟੈਟਸ ਦੱਸਾਂਗਾ, ਲਿਖਦੇ ਵੀ ਰਹੋ ਜੇਕਰ ਤੁਸੀਂ ਕਾਪੀ ਪੈਨ ਲੈ ਕੇ ਬੈਠੇ ਹੋ ਤਾਂ। ਟੈਂਪਰੇਰੀ ਚੇਅਰਮੈਨ ਕੌਣ ਸੀਗੇ? ਸਚਿਦਾਨੰਦ ਸਿਨਹਾ ਸੀਗੇ, ਬਿਲਕੁਲ ਸਹੀ ਹੈ। ਫਿਰ ਆਪਾਂ ਆ ਵੀ ਗੱਲ ਦੇਖ ਲਈ ਕਿ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਸੀਗਾ। ਅਤੇ ਇੱਕ ਗੱਲ ਹੋਰ ਇੰਪੋਰਟੈਂਟ ਹੈਗੀ ਕਿ HC ਮੁਖਰਜੀ ਅਤੇ VT ਕ੍ਰਿਸ਼ਨਾਮਾਚਾਰੀ ਇਹਨਾਂ ਦੋਨਾਂ ਨੂੰ ਜਿਹੜਾ ਸੀਗਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਸੀਗਾ ਕਿਸ ਚੀਜ਼ ਦਾ? ਕਨਸਟੀਟਿਊਸ਼ਨ ਅਸੈਂਬਲੀ ਦਾ। ਤਾਂ 3-4 ਨਾਮ ਨੇ ਇਹ ਤੁਸੀਂ ਯਾਦ ਰੱਖਣੇ ਆ ਕਿਉਂਕਿ ਬੇਸਿਕ ਫੀਚਰ ਦੇ ਬਾਰੇ ਗੱਲ ਕਰ ਰਹੇ ਤਾਂ ਆਪਾਂ ਕਨਸਟੀਟਿਊਸ਼ਨ ਅਸੈਂਬਲੀ ਬਾਰੇ ਤਾਂ ਡੀਪਲੀ ਪੜ੍ਹਨਾ ਹੀ ਪਏਗਾ। ਤਾਂ ਆਪਸ਼ਨ ਨੰਬਰ ਸੀ ਹੋ ਜਾਊਗਾ ਇਹਦਾ ਆਨਸਰ। ਅਤੇ ਹੁਣ ਹੋਰ ਗੱਲ ਮੈਂ ਦੱਸਦਾ, ਜੇਕਰ ਤੁਹਾਨੂੰ ਪੁੱਛਿਆ ਜਾਵੇ ਹੂ ਵਾਜ਼ ਦਾ ਫਸਟ ਮੀਟਿੰਗ ਤਾਂ ਚਲੋ ਮੈਂ ਪੁੱਛ ਹੀ ਲਿਆ। ਹੂ ਵਾਜ਼ ਟੈਂਪਰੇਰੀ ਚੇਅਰਮੈਨ ਆਫ ਦਾ ਕਨਸਟੀਟਿਊਸ਼ਨ ਅਸੈਂਬਲੀ ਤਾਂ ਵੀ ਆਨਸਰ ਆਊਗਾ। ਹੂ ਵਾਜ਼ ਪਰਮਾਨੈਂਟ ਆ ਜਾਊਗਾ ਤਾਂ ਆ ਜਾਊਗਾ ਡਾਕਟਰ ਰਾਜਿੰਦਰ ਪ੍ਰਸਾਦ ਦਾ ਨਾਮ। ਅਤੇ ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਹਲਕੀ ਜਿਹੀ ਇੱਕ ਇਨਫੋਰਮੇਸ਼ਨ ਦੇਣੀ ਸੀ ਕਿ ਜੇਕਰ ਤੁਸੀਂ ਪੰਜਾਬ ਪਟਵਾਰੀ ਦਾ ਐਗਜ਼ਾਮ ਦੇ ਰਹੇ ਹੋ ਤਾਂ ਹੁਣ ਤਾਂ ਐਗਜ਼ਾਮ ਬਿਲਕੁਲ ਹੀ ਨੀਅਰ ਹੈ। ਤਾਂ ਉਹਦੇ ਲਈ ਮੈਂ ਮੌਕ ਟੈਸਟ ਪ੍ਰਿਪੇਅਰ ਕੀਤਾ ਹੈਗਾ ਜਿਹੜਾ ਸਿਰਫ ਤੁਹਾਨੂੰ ਜਸਟ 59 ਰੁਪੀਜ਼ ਦੇ ਵਿੱਚ ਮਿਲੂਗਾ। ਜੇ ਤੁਸੀਂ ਆ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ WhatsApp ਨੰਬਰ 'ਤੇ WhatsApp ਕਰ ਸਕਦੇ ਹੋ। ਆਹ ਸਿਰਫ WhatsApp ਨੰਬਰ ਹੈ ਅਤੇ ਕੋਲ ਨਹੀਂ ਕਰਨੀ ਹੈਗੀ। ਨੈਕਸਟ ਗੱਲ ਕਰ ਰਿਹਾ ਕਿ ਜਿਹੜਾ ਆਪਣਾ ਕਨਸਟੀਟਿਊਸ਼ਨ ਅਸੈਂਬਲੀ ਸੀ ਉਹਨਾਂ ਨੇ ਕਨਸਟੀਟਿਊਸ਼ਨ ਤਾਂ ਬਣਾਇਆ ਲੇਕਿਨ ਉਹ ਕਿੰਨੇ ਟਾਈਮ ਵਿੱਚ ਕੰਪਲੀਟ ਕੀਤਾ? ਇਹ ਸਾਰੇ ਕੁਐਸਚਨ ਨਾ ਬੇਸਿਕ ਨੇ, ਹੋ ਸਕਦਾ ਤੁਹਾਨੂੰ ਆਉਂਦੇ ਵੀ ਹੋਣਾ ਕੁਐਸਚਨ। ਜੇਕਰ ਆਉਂਦੇ ਨੇ ਤਾਂ ਇਹਨੂੰ ਮੌਕ ਟੈਸਟ ਦੀ ਤਰ੍ਹਾਂ ਟਰੀਟ ਕਰਿਓ ਅਤੇ ਐਂਡ ਦੇ ਵਿੱਚ ਆਪਣਾ ਆਨਸਰ ਦੱਸਿਓ ਕਿ ਤੁਹਾਨੂੰ ਕਿੰਨੇ ਕੁਐਸਚਨ ਤੁਸੀਂ ਠੀਕ ਕੀਤੇ। ਤਾਂ ਬੇਸਿਕਲੀ ਮੈਂ ਜਿਵੇਂ ਯਾਦ ਕਰਦਾ ਨੇ ਇਹਨੂੰ, ਪਹਿਲਾਂ ਤਾਂ ਇਹਦਾ ਆਨਸਰ ਦੇਖ ਲੈਂਦੇ ਹਾਂ। 2 ਸਾਲ 11 ਮਹੀਨੇ 18 ਦਿਨ। ਮੈਂ ਕੀ ਕਰਦਾ 3 ਸਾਲ ਦੇ ਵਿੱਚੋਂ ਨਾ 12 ਦਿਨ ਘਟਾ ਦਿੰਦਾ। 12 ਘਟਾ ਲਓ, 13 ਘਟਾ ਲਓ, ਠੀਕ ਹੈ। 12-13 ਦਿਨ ਘਟਾ ਲਏ ਤਾਂ ਓਬਵੀਅਸ ਹੀ ਗੱਲ ਹੈ ਜੇ ਮੈਂ 3 ਸਾਲਾਂ ਦੇ ਵਿੱਚ ਇੰਨੇ ਕੁ ਦਿਨ ਘਟਾਵਾਂਗਾ ਤਾਂ ਬਿਲਕੁਲ ਆਹੀ ਆ ਜਾਊਗਾ ਆਪਸ਼ਨ ਨੰਬਰ ਏ। ਤਾਂ ਆਹੀ ਟ੍ਰਿਕ ਹੈ, ਇਹਦੀ ਵੀ ਨੀਅਰਲੀ 3 ਸਾਲ ਲੱਗੇ ਸੀਗੇ ਅਤੇ 12-13 ਦਿਨ ਘਟਾ ਦਿਓ। ਅਤੇ ਜਿਹੜੇ ਆਹ ਸੈਸ਼ਨ ਸੀਗੇ ਆਹ 11 ਸੈਸ਼ਨ ਹੋਏ ਸੀਗੇ। ਫਸਟ ਸੈਸ਼ਨ ਕਦੋਂ ਹੋਇਆ ਵਗੈਰਾ ਵਗੈਰਾ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਇਹਦੇ ਵਿੱਚ ਹੈਗੀ, ਤੁਸੀਂ ਦੇਖ ਸਕਦੇ ਹੋ। ਤਾਂ ਚਾਹੋ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਜਾਂ ਜੇ ਕਾਪੀ ਪੈਨ ਲੈ ਕੇ ਬੈਠੋ ਤਾਂ ਉਤਾਰ ਲਿਓ ਜੀ, ਕਈ ਵਾਰ ਪੁੱਛ ਲੈਂਦੇ ਨੇ ਇੰਪੋਰਟੈਂਟ ਚੀਜ਼ਾਂ। ਫਿਰ ਗੱਲ ਕਰਦਾ ਹੈ ਸਭ ਤੋਂ ਇੰਪੋਰਟੈਂਟ ਕਮੇਟੀ
ਡਰਾਫਟਿੰਗ ਕਮੇਟੀ ਆਫ ਦਾ ਇੰਡੀਅਨ ਕਨਸਟੀਟਿਊਸ਼ਨ, ਉਹਦੇ ਚੇਅਰਮੈਨ ਕੌਣ ਸੀਗੇ? ਇਹ ਤਾਂ ਜੀ ਬਹੁਤ ਹੀ ਮੋਸਟ ਫ੍ਰੀਕੁਐਂਟ ਕੁਐਸਚਨ ਹੈ ਜਿਹੜਾ ਪੁੱਛਿਆ ਜਾਂਦਾ, ਬਾਰ-ਬਾਰ ਪੁੱਛਿਆ ਜਾਂਦਾ। ਉਹ ਸੀਗੇ ਜੀ ਡਾਕਟਰ ਭੀਮ ਰਾਓ ਅੰਬੇਦਕਰ, ਆਪਸ਼ਨ ਨੰਬਰ ਏ। ਤੇ ਕਦੋਂ ਬਣੀ ਸੀਗੀ ਆਹ? 29 ਅਗਸਤ 1947, ਯਾਨੀ ਕਿ ਆਜ਼ਾਦ ਹੋਣ ਤੋਂ ਬਾਅਦ ਬਣੀ ਸੀਗੀ। ਕਿਉਂਕਿ 46 ਦੇ ਵਿੱਚ ਆਪਾਂ ਆਜ਼ਾਦ ਨਹੀਂ ਹੋਏ ਸੀ, ਲੇਕਿਨ ਕਨਸਟੀਟਿਊਸ਼ਨ ਅਸੈਂਬਲੀ ਦਾ ਕੰਮ ਸ਼ੁਰੂ ਹੋ ਗਿਆ ਸੀਗਾ। ਕਿਉਂਕਿ ਇੰਗਲੈਂਡ ਦੇ ਵਿੱਚ ਜਿਹੜੀ ਲੇਬਰ ਪਾਰਟੀ ਦੀ ਗਵਰਨਮੈਂਟ ਆ ਗਈ ਸੀ, ਉਹ ਵੀ ਚਾਹ ਰਹੀ ਸੀ ਕਿ ਇੰਡੀਆ ਨੂੰ ਆਜ਼ਾਦ ਕਰ ਦੇਣਾ ਹੈਗਾ, ਕਿਉਂਕਿ ਉੱਥੇ ਪ੍ਰਾਈਮ ਮਿਨਿਸਟਰ ਸੀਗੇ ਕਲੀਮੈਂਟ ਐਟਲੀ। ਤੇ ਡਰਾਫਟਿੰਗ ਕਮੇਟੀ ਤੋਂ ਇਲਾਵਾ ਕੁਝ ਹੋਰ ਕਮੇਟੀ ਸੀਗੀ, ਇਹਦੀ ਲਿਸਟ ਮੈਂ ਪਾ ਚੁੱਕਿਆ। ਤੇ ਇਹਦੇ ਚੇਅਰਪਰਸਨ ਯਾਨੀ ਕਿ ਪ੍ਰੈਜ਼ੀਡੈਂਟ ਕਹਿ ਲਓ ਜਾਂ ਚੇਅਰਪਰਸਨ ਕਹਿ ਲਓ, ਚੇਅਰਮੈਨ ਕਹਿ ਲਓ, ਇੱਕੋ ਹੀ ਗੱਲ ਹੈ। ਤਾਂ ਇਹਦੀ ਵੀ ਲਿਸਟ ਪਾ ਚੁੱਕਿਆ, ਇਹ ਵੀ ਤੁਸੀਂ ਦੇਖ ਸਕਦੇ ਹੋ। ਨੈਕਸਟ ਗੱਲ ਕਰਾਂਗੇ, ਬਾਏ ਵਿਚ ਵਨ ਆਫ ਦਾ ਫੋਲੋਇੰਗ ਐਕਟ ਵਾਸ ਦਾ ਫੈਡਰਲ ਕੋਰਟ ਇਨ ਇੰਡੀਆ ਕ੍ਰੀਏਟਡ। ਇੰਡੀਆ ਦੇ ਵਿੱਚ ਵੀ ਸੁਪਰੀਮ ਕੋਰਟ ਤੋਂ ਪਹਿਲਾਂ ਇੱਕ ਕੋਰਟ ਹੋਇਆ ਕਰਦੀ, ਫਿਲਹਾਲ ਫੈਡਰਲ ਕੋਰਟ ਨੂੰ ਚੇਂਜ ਕਰਕੇ ਜਦੋਂ ਭਾਰਤ ਆਜ਼ਾਦ ਹੋਇਆ 1950 ਦੇ ਵਿੱਚ, ਜਿਹੜੀ ਆਪਣੀ ਕਰੰਟ ਸੁਪਰੀਮ ਕੋਰਟ ਹੈ ਨਾ, ਉਹ ਫੈਡਰਲ ਕੋਰਟ ਦਾ ਇੱਕ ਕਹਿ ਸਕਦੇ ਆਪਾਂ ਸਕਸੈਸਰ ਕੋਰਟ ਹੈ। ਫੈਡਰਲ ਕੋਰਟ ਖਤਮ ਹੋ ਗਈ ਸੀ ਤੇ ਸੁਪਰੀਮ ਕੋਰਟ ਆ ਗਿਆ ਸੀਗਾ। ਤੇ ਜਿਹੜੀ ਫੈਡਰਲ ਕੋਰਟ ਸੀ ਉਹ ਆਈ ਸੀਗੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਰਗੇ। 1935 ਦੇ ਐਕਟ ਕਰਕੇ ਆਏ ਸੀ ਤੇ ਬਣੀ ਸੀਗੀ 1937 ਦੇ ਵਿੱਚ। ਤੇ ਜਿਹੜੇ ਫਸਟ ਇਹਦੇ ਚੀਫ ਜਸਟਿਸ ਸੀਗੇ ਉਹ ਸੀਗੇ ਸਰ ਮੋਰਿਸ ਗੀਅਰ। ਤੇ ਜਿੱਦਾਂ ਹੀ ਇਹਦੀ ਫੰਕਸ਼ਨੈਲਿਟੀ ਕਦੋਂ ਹੋਈ, ਮੈਂ ਉਹੀ ਕਹਿ ਰਿਹਾ ਸੀ ਤੁਹਾਨੂੰ ਕਿ ਜਿੱਦਾਂ ਹੀ ਸੁਪਰੀਮ ਕੋਰਟ 1950 ਦੇ ਵਿੱਚ ਸਟੈਬਲਿਸ਼ ਹੋਇਆ, ਫੈਡਰਲ ਕੋਰਟ ਖਤਮ ਕਰ ਦਿੱਤਾ ਗਿਆ ਸੀਗਾ, ਫੈਡਰਲ ਕੋਰਟ। ਤੇ ਜੇ ਮੈਂ ਐਟ ਪ੍ਰੈਜ਼ੈਂਟ ਫੰਕਸ਼ਨੈਲਿਟੀ ਦੀ ਗੱਲ ਕਰਾਂ, ਤੁਹਾਨੂੰ ਪਤਾ ਹੀ ਹੈਗਾ, ਸਭ ਤੋਂ ਥੱਲੇ ਜੇ ਕੋਈ ਕੇਸ ਸਟਾਰਟ ਹੁੰਦਾ ਡਿਸਟ੍ਰਿਕਟ ਕੋਰਟ ਤੋਂ ਹੁੰਦਾ ਹੈਗਾ, ਫਿਰ ਉਹ ਹਾਈ ਕੋਰਟ ਜਾਂਦਾ ਹੈਗਾ, ਫਿਰ ਉਹ ਸੁਪਰੀਮ ਕੋਰਟ ਜਾਂਦਾ ਹੈਗਾ। ਯਾਨੀ ਕਿ ਸੁਪਰੀਮ ਕੋਰਟ ਤੋਂ ਉੱਪਰ ਆਪਣੇ ਦੇਸ਼ ਦੇ ਵਿੱਚ ਕੋਈ ਹੋਰ ਕੋਰਟ ਨਹੀਂ ਹੈਗੀ ਜਿੱਥੇ ਤੁਸੀਂ ਜਾ ਕੇ ਪਿਛਲੇ ਕੋਰਟ ਦਾ ਫੈਸਲੇ ਦਾ ਮਤਲਬ ਚੈਲੰਜ ਕਰ ਸਕਦੇ ਹੋ ਉਹਦੇ ਫੈਸਲੇ ਨੂੰ। ਤੇ ਜੇ ਮੈਂ ਅੱਜ ਗੱਲ ਕਰਾਂ, ਜਿਹੜੀ ਆਪਣੀ ਮੈਕਸਿਮਮ ਪੋਸੀਬਲ ਸਟਰੈਂਥ ਹੈ ਉਹ 34 ਦੀ ਹੈ ਸੁਪਰੀਮ ਕੋਰਟ ਦੇ ਅੰਦਰ। ਤੇ ਫਿਲਹਾਲ ਇਸ ਟਾਈਮ ਤੇ 26 ਜੱਜ ਬੈਠੇ ਨੇ, 25 + 1 CJI, NV ਰਮਨਾ ਜਿਹੜੇ ਨੇ ਆਪਣੇ CJI ਨੇ, ਚੀਫ ਜਸਟਿਸ ਆਫ ਇੰਡੀਆ। ਤੇ ਜਿਹੜਾ ਆਹ ਵਾਲਾ ਨੰਬਰ ਹੈ ਨਾ, ਆਹ ਚੇਂਜ ਹੁੰਦਾ ਰਹਿੰਦਾ ਤੇ ਆਹ ਵੀ ਚੇਂਜ ਹੁੰਦਾ ਰਹਿੰਦਾ ਹੈਗਾ। ਤੇ ਐਟ ਪ੍ਰੈਜ਼ੈਂਟ ਦੀ ਗੱਲ ਕਰਾਂ 26 ਜੱਜ ਨੇ, ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਆਦਾ ਹੋ ਜਾਣ ਤੇ ਆ ਵੀ ਜ਼ਿਆਦਾ ਹੋ ਜਾਣ, ਕਿਉਂਕਿ ਇਹ ਚੀਜ਼ਾਂ ਨੇ ਨਾ ਵੱਧਦੀ ਘੱਟਦੀ ਰਹਿੰਦੀਆਂ ਨੇ। ਆਹ ਚੀਜ਼ ਨਾ ਹਮੇਸ਼ਾ ਵਧੂਗੀ ਤੇ ਆਹ ਚੀਜ਼ ਨਾ ਘੱਟ ਵੀ ਸਕਦੀਆਂ ਨੇ, ਵੱਧ ਵੀ ਸਕਦੀਆਂ ਨੇ। ਜਿਵੇਂ ਘੱਟ ਕਿਉਂ ਸਕਦੀਆਂ ਨੇ, ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਜੱਜਿਸ ਨੇ ਉਹ ਰਿਟਾਇਰਮੈਂਟ ਵੀ ਲੈਂਦੇ ਰਹਿੰਦੇ ਨੇ, ਕਈ ਵਾਰ ਨੰਬਰ ਆਫ ਜੱਜਿਸ ਜ਼ਿਆਦਾ ਰਿਟਾਇਰ ਹੋ ਜਾਂਦੇ ਨੇ, ਤਾਂ ਨੰਬਰ ਨਾ ਉਸ ਟਾਈਮ 'ਤੇ ਘੱਟ ਵੀ ਜਾਂਦਾ ਹੈਗਾ। ਤਾਂ ਹੀ ਕਹਿ ਰਿਹਾ ਫਿਕਸ ਨਹੀਂ ਹੈਗਾ, ਤਾਂ ਧਿਆਨ ਰੱਖਿਓ ਇਸ ਗੱਲ ਦਾ। ਕਈ ਵਾਰ ਨੰਬਰ ਵੱਧ ਜਾਂਦਾ ਅਤੇ ਤੁਸੀਂ ਪੇਪਰ ਦੇ ਵਿੱਚ ਆਓ, ਤੁਸੀਂ ਕਹੋਗੇ ਸਰ ਤੁਸੀਂ ਦੱਸਿਆ ਸੀ ਵੀ ਉਸ ਵੀਡੀਓ ਵਿੱਚ ਐ ਸੀਗਾ, ਤਾਂ ਮੈਂ ਪਹਿਲਾਂ ਹੀ ਕਲੀਅਰ ਕਰ ਦੇਣਾ ਕੁਝ ਚੀਜ਼ਾਂ। ਉਸ ਤੋਂ ਬਾਅਦ ਗੱਲ ਕਰ ਰਿਹਾ ਹੈ, ਵਿਚ ਵਨ ਆਫ ਦਾ ਫੋਲੋਇੰਗ ਐਕਟ ਦਾ ਪ੍ਰੋਵੀਜ਼ਨ ਵਾਜ਼ ਮੇਡ ਫॉर ਦਾ ਇਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਐਟ ਕੈਲਕਟਾ। ਯਾਨੀ ਕਿ ਕਿਹੜੇ ਐਕਟ ਦੇ ਤਹਿਤ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਲਿਆਈ ਗਈ ਸੀਗੀ। ਹੁਣ ਤੁਸੀਂ ਸੋਚੋਗੇ ਵੀ ਹੁਣ ਤਾਂ ਤੁਸੀਂ ਪਿਛਲੇ ਕੋਰਟ ਦੇ ਵਿੱਚ ਕਿਹਾ ਸੀ ਵੀ ਸੁਪਰੀਮ ਕੋਰਟ ਆ ਗਈ, ਹੁਣ ਤੁਸੀਂ ਫੇਰ ਗੱਲ ਕਰ ਰਹੇ ਹੋ ਸੁਪਰੀਮ ਕੋਰਟ ਬਾਰੇ। ਬੇਸਿਕਲੀ ਜਿਹੜੀ ਕੈਲਕਟਾ ਦੇ ਵਿੱਚ ਸੁਪਰੀਮ ਕੋਰਟ ਸੀ ਨਾ, ਉਹ ਰੈਗੂਲੇਟਿੰਗ ਐਕਟ 1773 ਦੇ ਤਹਿਤ ਆਈ ਸੀਗੀ। ਤੇ ਜਦੋਂ ਹਾਈ ਕੋਰਟ ਦੇ ਐਕਟ ਆਏ ਸੀ ਨਾ 1961 ਦੇ ਵਿੱਚ, ਉਸ ਟਾਈਮ ਤੇ ਇਹਨੂੰ ਖਤਮ ਕਰ ਦਿੱਤਾ ਗਿਆ ਸੀਗਾ। ਆਹ ਥੋੜ੍ਹੀ ਜਿਹੀ ਸਮਝਣ ਵਾਲੀ ਗੱਲ ਹੈ। ਤੇ ਆਹ ਕਦੋਂ ਕਿੱਥੇ ਬਣੀ ਸੀ ਜੀ? ਫੋਰਟ ਵਿਲੀਅਮ ਕੈਲਕਟਾ ਦੇ ਵਿੱਚ ਬਣੀ ਸੀਗੀ। 1773 ਦੇ ਐਕਟ ਕਰਕੇ ਬਣਾਈ ਸੀ ਤੇ 74 ਵਿੱਚ ਬਣ ਗਈ ਸੀਗੀ। ਆਹ ਤੁਸੀਂ ਦੇਖ ਸਕਦੇ ਹੋ ਨਜ਼ਾਰਾ ਕੋਰਟ ਦਾ, ਇੱਦਾਂ ਦੀ ਕੋਰਟ ਲੱਗਿਆ ਕਰਦੀ ਜੀ। ਤੇ ਉਸ ਟਾਈਮ ਤੇ ਬ੍ਰਿਟਿਸ਼ ਇੰਡੀਆ ਦੀ ਹਾਈਐਸਟ ਕੋਰਟ ਸੀਗੀ, ਜੋ ਕਿ 1774 ਤੋਂ ਲੈ ਕੇ 1862, ਯਾਨੀ ਕਿ ਜਿੱਦਾਂ ਹੀ ਆਪਣਾ ਇੰਡੀਅਨ ਹਾਈ ਕੋਰਟ ਐਕਟ ਆਇਆ ਸੀਗਾ ਉਹ ਤੋਂ ਬਾਅਦ ਇਹ ਖਤਮ ਹੋ ਗਈ ਸੀਗੀ। ਤੇ ਜਿਹੜੇ ਦੇ ਫਸਟ ਚੀਫ ਜਸਟਿਸ ਸੀਗੇ ਉਹ ਸੀਗੇ ਸਰ ਐਲੀਜ਼ਾ ਐਮਫੇ। ਉਹਦੇ ਫਸਟ ਫੈਡਰਲ ਕੋਰਟ ਦੇ ਫਸਟ ਚੀਫ ਜਸਟਿਸ ਅੱਡ ਸੀਗੇ ਤੇ ਇਹਦੇ ਅੱਡ। ਨੈਕਸਟ ਗੱਲ ਕਰਦੇ ਹਾਂ, ਦਾ ਇੰਡੀਅਨ ਲੈਜਿਸਲੇਚਰ ਵਾਜ਼ ਮੇਡ ਬਾਈ ਕੈਮਰਲ ਫॉर ਦਾ ਫਸਟ ਟਾਈਮ। ਬਾਈ ਕੈਮਰਲ ਦਾ ਮਤਲਬ ਹੁੰਦਾ ਕਿ ਜੀ ਦੋ ਸਦਨ ਹੋਣਗੇ। ਜਿਵੇਂ ਇਸ ਟਾਈਮ ਆਪਣਾ ਸਦਨ, ਜਿਵੇਂ ਲੋਕ ਸਭਾ ਰਾਜ ਸਭਾ, ਦੋ ਸਦਨ ਨੇ, ਤੇ ਕਈ ਇੱਦਾਂ ਦੀ ਵਿਧਾਨ ਸਭਾਵਾਂ ਵੀ ਨੇ ਜਿਹਦੇ ਦੋ ਸਦਨ ਨੇ। ਸਟੇਟ ਜਿਵੇਂ ਕਿ ਤੁਸੀਂ ਲਾ ਲਓ ਮਹਾਰਾਸ਼ਟਰ, ਉੱਥੇ ਵਿਧਾਨ ਸਭਾ ਵੀ ਹੈ, ਵਿਧਾਨ ਪਰਿਸ਼ਦ ਵੀ ਹੈ। ਜਿਵੇਂ ਬਿਹਾਰ ਹੋ ਗਿਆ, ਕਰਨਾਟਕਾ ਹੋ ਗਿਆ, ਇੱਦਾਂ ਦੇ ਕਈ ਸਟੇਟ ਨੇ, 6 ਸਟੇਟ ਨੇ ਜਿਨ੍ਹਾਂ ਦੇ ਵਿੱਚੋਂ ਬਾਈ ਕੈਮਰਲਿਜ਼ਮ ਹੈਗਾ। ਤੇ ਇੰਡੀਅਨ ਲੈਜਿਸਲੇਚਰ ਦੇ ਵਿੱਚ ਕਦੋਂ ਆਏ ਸੀ ਪਹਿਲੀ ਵਾਰ? ਇਹ ਆਇਆ ਸੀਗਾ ਜੀ ਗੌਰਮੈਂਟ ਆਫ ਇੰਡੀਆ ਐਕਟ 1909, ਯਾਨੀ ਕਿ 1919 ਦੇ ਵਿੱਚ। ਤੇ ਉਸ ਟਾਈਮ ਦੇ ਵਿੱਚ ਦੋ ਬਣਾਦੇ ਸੀਗੇ, ਜਿਹਨੂੰ ਕਿ ਆਪਾਂ ਅਪਰ ਹਾਊਸ ਕਹਿੰਦੇ ਹਾਂ, ਉਹ ਸੀਗਾ ਕਾਊਂਸਿਲ ਆਫ ਸਟੇਟ, ਤੇ ਲੋਅਰ ਹਾਊਸ ਕਹਿੰਦੇ ਆ ਲੈਜਿਸਲੇਟਿਵ ਅਸੈਂਬਲੀ। ਹਾਲਾਂਕਿ ਅੱਜ ਦੀ ਡੇਟ ਦੇ ਵਿੱਚ ਆਪਾਂ ਲੈਜਿਸਲੇਟਿਵ ਅਸੈਂਬਲੀ ਜਿਹੜਾ ਹੈ ਵਿਧਾਨ ਸਭਾ ਨੂੰ ਕਹਿੰਦੇ, ਜਿਹੜੀ ਸਟੇਟ ਲਈ ਹੁੰਦੀ ਹੈਗੀ ਹੈ, ਤੇ ਕਾਊਂਸਿਲ ਆਫ ਸਟੇਟ ਤਾਂ ਰਾਜ ਸਭਾ ਬਿਲਕੁਲ ਸਹੀ ਹੈ, ਲੇਕਿਨ ਉਸ ਸਮੇਂ ਤੇ ਇਹਦਾ ਨਾਂ ਜਿਹੜਾ ਸੀਗਾ ਉਹ ਆਹੀ ਸੀਗਾ। ਫਿਰ ਗੱਲ ਕਰ ਰਿਹਾ, ਹੂ ਅਮੰਗ ਦਾ ਫੋਲੋਇੰਗ ਪਰਸਨ ਵਾਜ਼ ਨੋਟ ਏ ਮੈਂਬਰ ਆਫ ਦਾ ਕੈਬਨਿਟ ਮਿਸ਼ਨ। ਯਾਨੀ ਕਿ ਇਹਨਾਂ ਚਾਰਾਂ ਵਿੱਚੋਂ ਉਹ ਕਿਹੜਾ ਬੰਦਾ ਸੀਗਾ ਜਿਹੜਾ ਕੈਬਨਿਟ ਮਿਸ਼ਨ ਦਾ ਪਾਰਟ ਨਹੀਂ ਸੀਗਾ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ, ਕੈਬਨਿਟ ਮਿਸ਼ਨ 1946 ਦੇ ਵਿੱਚ ਆਇਆ ਸੀਗਾ, ਤੇ ਉਸ ਤੋਂ ਬਾਅਦ ਹੀ ਕਨਸਟੀਟਿਊਸ਼ਨ ਮੇਕਿੰਗ ਪ੍ਰੋਸੈਸ ਸ਼ੁਰੂ ਹੋਇਆ ਸੀਗਾ। ਤੇ ਜਿਹੜੇ ਮੈਂਬਰ ਸੀ ਨਾ, ਉਹ 3 ਮੈਂਬਰ ਸੀਗੇ। ਆਹ 3 ਨਾਮ ਨੇ।
ਪਹਿਲਾ ਨਾਮ ਹੈ ਪੈਥਿਕ ਲੋਰੈਂਸ, ਸੈਕਿੰਡ ਹੈ ਸਰ ਸਟੈਨਫੋਰਡ ਕ੍ਰਿਪਸ ਤੇ ਤੀਜਾ ਨਾਮ ਹੈ ਜੀ ਏ.ਵੀ. ਅਲੈਗਜ਼ੈਂਡਰ। ਜੇਕਰ ਇਹਨਾਂ ਤਿੰਨਾਂ ਤੋਂ ਇਲਾਵਾ ਕੋਈ ਵੀ ਆਪਾਂ ਨੂੰ ਨੇਮ ਮਿਲਦਾ ਹੈ ਆਪਸ਼ਨ ਦੇ ਵਿੱਚ ਤਾਂ ਉਹ ਗਲਤ ਹੋਏਗਾ। ਦੈਟ ਮੀਨਸ ਵਿਲੀਅਮ ਵੁੱਡ was not the member of cabinet mission, option number A। ਫਿਰ ਗੱਲ ਕਰਦਾ ਹੈ when did constituent assembly adopt the national flag, ਯਾਨੀ ਕਿ ਜਿਹੜਾ ਆਪਣਾ ਰਾਸ਼ਟਰੀ ਧਵਜ ਹੈਗਾ, ਝੰਡਾ ਹੈ, ਉਹ ਕੌਨਸਟੀਟਿਊਸ਼ਨ ਅਸੈਂਬਲੀ ਨੇ ਕਦੋਂ ਅਡੋਪਟ ਕੀਤਾ ਸੀਗਾ। ਕਾਫੀ ਇੰਪੋਰਟੈਂਟ ਕੁਐਸਚਨ ਆ ਵੀ। 4th ਸੈਸ਼ਨ ਚੱਲ ਰਿਹਾ ਸੀਗਾ ਕੌਨਸਟੀਟਿਊਸ਼ਨ ਅਸੈਂਬਲੀ ਦਾ, ਉਸ ਟਾਈਮ ਤੇ ਇਹਨੂੰ ਅਡੋਪਟ ਕੀਤਾ ਗਿਆ ਸੀਗਾ ਕਦੋਂ, 22 ਜੁਲਾਈ 1947 ਦੇ ਵਿੱਚ। ਤੇ ਕਈ ਵਾਰ ਨਾ ਇਹਦਾ ਹਾਈਟ ਦਾ, ਲੈਂਥ ਦਾ ਤੇ ਵਿਡਥ ਦਾ ਨਾ ਪ੍ਰਪੋਰਸ਼ਨ ਪੁੱਛ ਲੈਂਦੇ ਇਹਨਾਂ ਦਾ। 2/3 ਦਾ ਜਿਹੜਾ ਹੈਗਾ ਉਹ ਇਹਦਾ ਪ੍ਰਪੋਰਸ਼ਨ ਹੈਗਾ, ਧਿਆਨ ਰੱਖਿਓ ਇਸ ਗੱਲ ਦਾ, ਬਹੁਤ ਵਾਰ ਪੁੱਛਿਆ ਗਿਆ 2/3। ਯਾਨੀ ਕਿ ਜੇਕਰ ਤੁਸੀਂ ਵੀ ਕਿਤੇ ਕਿਸੇ ਸਮਾਗਮ ਦੇ ਵਿੱਚ ਝੰਡਾ ਲਹਿਰਾਓਗੇ ਤਾਂ ਤੁਸੀਂ ਵੀ 2/3 ਦੀ ਰੇਸ਼ੋ ਹੀ ਰੱਖੋਗੇ। ਤੇ ਡਿਜ਼ਾਈਨ ਕਿਹਨੇ ਕੀਤਾ ਸੀਗਾ, ਪਿੰਗਲੀ ਵੈਂਕਈਆ ਨੇ ਕੀਤਾ ਸੀਗਾ। ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਵੀ। ਨੈਕਸਟ ਗੱਲ ਕਰਦਾ, ਦਾ ਕੌਨਸਟੀਟਿਊਸ਼ਨ ਆਫ ਇੰਡੀਆ ਵਾਸ ਕੰਪਲੀਟਡ ਔਨ। ਦੇਖੋ ਕੁਐਸਚਨ ਥੋੜਾ ਜਿਹਾ ਟ੍ਰਿਕੀ ਹੈ। ਇੰਪਲੀਮੈਂਟਡ ਔਨ ਨਹੀਂ ਪੁੱਛਿਆ, ਵਿਦ ਇਫੈਕਟ ਫਰੋਮ ਨਹੀਂ ਪੁੱਛਿਆ, ਕੰਪਲੀਟ ਪੁੱਛਿਆ ਕਦੋਂ ਹੋਇਆ ਸੀਗਾ। ਤਾਂ ਜਿਹੜਾ ਆਪਣਾ ਕੌਨਸਟੀਟਿਊਸ਼ਨ ਹੈ ਉਹ ਇੰਪਲੀਮੈਂਟ ਹੋਇਆ ਸੀਗਾ 26 ਜਨਵਰੀ 1950 ਨੂੰ, ਲੇਕਿਨ ਕੰਪਲੀਟ ਹੋ ਗਿਆ ਸੀਗਾ ਬਣ ਕੇ, ਉਹ ਹੋਇਆ ਸੀਗਾ ਜੀ ਨਵੰਬਰ 26, 1949। ਇਸੇ ਕਰਕੇ ਆਪਾਂ 26 ਨਵੰਬਰ ਨੂੰ ਨਾ ਅੱਜ ਕੱਲ੍ਹ ਸੰਵਿਧਾਨ ਦਿਵਸ ਵੀ ਮਨਾਉਂਦੇ ਹਾਂ, ਯਾਨੀ ਕਿ ਕੌਨਸਟੀਟਿਊਸ਼ਨ ਡੇ ਵੀ ਮਨਾਉਂਦੇ ਹਾਂ। ਅਤੇ ਕੁਐਸਚਨ ਦੇ ਵਿੱਚ ਪੁੱਛਿਆ ਕਿ ਕਦੋਂ ਕੰਪਲੀਟ ਹੋਇਆ ਸੀਗਾ, ਤਾਂ ਹੋਇਆ ਸੀਗਾ ਜੀ ਨਵੰਬਰ 26, 1949। ਅਤੇ ਇਫੈਕਟਿਵ ਹੋਇਆ ਸੀਗਾ 26 ਜਨਵਰੀ 1950 ਦੇ ਵਿੱਚ। ਆਹ ਹਲਕਾ ਜਿਹਾ ਫਰਕ ਹੈ, ਧਿਆਨ ਰੱਖਿਓ। ਫਿਰ ਗੱਲ ਕਰਦਾ ਹੈ, ਦ ਸਟੇਟ ਐਂਬਲਮ ਵਾਜ਼ ਅਡੋਪਟਡ ਬਾਈ ਗਵਰਨਮੈਂਟ ਆਫ ਇੰਡੀਆ ਔਨ। ਸਟੇਟ ਐਂਬਲਮ ਤੁਹਾਨੂੰ ਪਤਾ ਹੀ ਹੈ ਜੀ ਆਪਣਾ, ਜਿਹੜਾ ਮੈਂ ਫਿਰ ਤੁਹਾਨੂੰ ਇੱਕ ਵਾਰ ਫੋਟੋ 'ਤੇ ਦਿਖਾ ਦਿੰਦਾ। ਆਹ ਦੇਖੋ ਜੀ, ਇਹ ਆਪਣਾ ਸਟੇਟ ਐਂਬਲਮ ਜਿਹੜੇ ਸ਼ੇਰ ਨੇ, ਅਤੇ ਮੋਟੋ ਇਹਦਾ ਉਹੀ ਹੈ ਜੀ ਸੱਤਵੇਂ ਜਯਤੇ, ਯਾਨੀ ਕਿ ਸੱਤ ਦੀ ਜੀਤ ਹੋਊਗੀ। ਅਤੇ ਇਹਨੂੰ ਅਡੋਪਟ ਕੀਤਾ ਗਿਆ ਸੀਗਾ 26 ਜਨਵਰੀ 1950 ਦੇ ਵਿੱਚ। ਅਤੇ ਇਹਨੂੰ ਐਕਸਟ੍ਰੈਕਟ ਕੀਤਾ ਗਿਆ ਸੀਗਾ ਅਸ਼ੋਕ ਪਿੱਲਰ, ਜਿਹੜੇ ਵਾਰਾਣਸੀ ਸਾਰਨਾਥ 'ਚ ਨੇ। ਹੁਣ ਕੁਛ ਇੰਪੋਰਟੈਂਟ ਡੇਟਾ ਵੀ ਹੈ, ਜਿਵੇਂ ਨੈਸ਼ਨਲ ਫਲੈਗ ਕਦੋਂ ਹੋਇਆ ਸੀਗਾ ਅਡੋਪਟ, ਉਹ ਹੋਇਆ ਸੀਗਾ ਜੀ 22 ਜੁਲਾਈ ਨੂੰ। ਐਂਥਮ ਕਦੋਂ ਹੋਇਆ ਸੀਗਾ, ਉਹ 24 ਜਨਵਰੀ 1950 ਨੂੰ। ਅਤੇ ਜਿਹੜਾ ਨੈਸ਼ਨਲ ਸੌਂਗ ਸੀਗਾ ਉਹ ਹੋਇਆ ਸੀਗਾ 24 ਜਨਵਰੀ 1950। ਯਾਨੀ ਕਿ ਨੈਸ਼ਨਲ ਐਂਥਮ ਤੁਹਾਨੂੰ ਪਤਾ ਹੀ ਹੈ, ਜਨ ਗਣ ਮਨ ਅਤੇ ਵੰਦੇ ਮਾਤਰਮ ਆਪਣਾ ਨੈਸ਼ਨਲ ਸੌਂਗ ਹੈ, ਇਹ ਦੋਨੋਂ ਸੇਮ ਡੇ ਨੂੰ ਅਡੋਪਟ ਹੋਏ ਸੀਗੇ। ਅਤੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ 24 ਜਨਵਰੀ 1950 ਨੂੰ ਰਾਜਿੰਦਰ ਪ੍ਰਸਾਦ ਆਪਣੇ ਫਸਟ ਪ੍ਰੈਜ਼ੀਡੈਂਟ ਚੁਣੇ ਗਏ ਸੀਗੇ। ਨੈਕਸਟ ਗੱਲ ਕਰਦਾ ਹੁਣ ਆਪਾਂ ਨਾ ਫੋਰਨ ਦੇ ਵਿੱਚੋਂ ਆਪਾਂ ਕੀ ਕੀ ਚੀਜ਼ਾਂ ਲਈਆਂ ਨੇ, ਕੀ ਫੀਚਰਸ ਲਏ ਨੇ, ਉਹਨਾਂ ਬਾਰੇ ਕੁਐਸਚਨ ਦੇਖਾਂਗੇ। ਅਤੇ ਮੈਂ ਲਿਸਟ ਕੰਪਲੀਟ ਪ੍ਰੋਵਾਈਡ ਕਰ ਦੇਵਾਂਗਾ ਤਾਂ ਕਿ ਤੁਹਾਡਾ ਕੋਈ ਕੁਐਸਚਨ ਨਾ ਛੁੱਟੇ। ਜਿਵੇਂ ਕਿ ਜੁਡੀਸ਼ੀਅਲ ਰਿਵਿਊ, ਇੰਡੀਆ ਨੇ ਕਿਹੜੀ ਕੰਟਰੀ ਤੋਂ ਅਡੋਪਟ ਕੀਤਾ ਹੈ। ਜੁਡੀਸ਼ੀਅਲ ਰਿਵਿਊ ਬੇਸਿਕਲੀ ਹੁੰਦਾ ਕਿ ਇੱਕ ਕੋਰਟ ਦੀ ਪਾਵਰ ਹੁੰਦੀ ਹੈ ਕਿ ਜਿਹੜਾ ਸਟੇਟ ਲੈਜਿਸਲੇਚਰ ਹੈ ਜਾਂ ਐਗਜ਼ੀਕਿਊਟਿਵ ਹੈ ਉਹ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ, ਨਹੀਂ ਕਰ ਰਿਹਾ ਹੈਗਾ, ਕਿਤੇ ਉਹ ਫੰਡਾਮੈਂਟਲ ਰਾਈਟਸ ਦੇ ਅਗੇਂਸਟ ਤਾਂ ਜਾ ਕੇ ਕੁਝ ਕੰਮ ਨਹੀਂ ਕਰ ਰਿਹਾ ਨਾ, ਤਾਂ ਸਭ ਚੀਜ਼ਾਂ ਜਿਹੜੀਆਂ ਜੁਡੀਸ਼ੀਅਲ ਰਿਵਿਊਜ਼ ਦੇ ਵਿੱਚ ਦੇਖੀ ਜਾਂਦੀਆਂ ਨੇ, ਅਤੇ ਕੋਰਟ ਦੀ ਪਾਵਰ ਹੁੰਦੀ ਹੈ। ਅਤੇ ਇਹ ਆਪਾਂ ਨੂੰ ਅਡੋਪਟ ਕੀਤਾ ਗਿਆ ਸੀਗਾ ਯੂਨਾਈਟਿਡ ਸਟੇਟਸ ਆਫ ਅਮਰੀਕਾ। ਅਤੇ ਇਹ ਤੋਂ ਇਲਾਵਾ, ਚਲੋ ਆਹ ਤਾਂ ਆਨਸਰ ਹੋ ਗਿਆ ਆਪਣਾ ਆਪਸ਼ਨ ਨੰਬਰ ਬੀ। ਇਹ ਤੋਂ ਇਲਾਵਾ ਆਪਾਂ ਹੋਰ ਕੀ ਅਡੋਪਟ ਕੀਤਾ ਹੈਗਾ ਅਮਰੀਕਾ ਤੋਂ, ਤਾਂ ਲਿਸਟ ਤੁਹਾਡੇ ਸਾਹਮਣੇ ਹੈ। ਪਹਿਲਾ ਪੁਆਇੰਟ ਕਹਿੰਦਾ ਕਿ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ, ਯਾਨੀ ਕਿ ਪ੍ਰੈਜ਼ੀਡੈਂਟ ਨੂੰ ਕਿੱਦਾਂ ਹਟਾਇਆ ਜਾ ਸਕਦਾ ਹੈਗਾ। ਸੈਕਿੰਡ ਗੱਲ ਕਰ ਰਿਹਾ ਫੰਕਸ਼ਨ ਆਫ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ, ਯਾਨੀ ਕਿ ਤੁਹਾਨੂੰ ਪਤਾ ਹੀ ਹੈ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਫੰਕਸ਼ਨ ਕੀ ਹੋਣਗੇ। ਫਿਰ ਗੱਲ ਕਰਦਾ ਹੈ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ ਨੂੰ ਕਿਵੇਂ ਹਟਾਇਆ ਜਾ ਸਕਦਾ, ਉਹ ਵੀ ਗੱਲ ਕਰਦਾ ਹੈ। ਫੰਡਾਮੈਂਟਲ ਰਾਈਟਸ ਵੀ ਇਹਨਾਂ ਨੇ ਦਿੱਤੇ ਸੀਗੇ, ਜੁਡੀਸ਼ੀਅਲ ਰਿਵਿਊ ਵੀ ਇਹਨਾਂ ਤੋਂ ਲਏ ਹੈ, ਇੰਡੀਪੈਂਡੈਂਟ ਆਫ ਜੁਡੀਸ਼ਰੀ ਇਹਨਾਂ ਤੋਂ ਗੱਲ ਕਰ ਰਹੇ, ਅਤੇ ਪ੍ਰੈਂਬਲ ਦੀ ਗੱਲ ਕਰ ਰਹੇ, ਉਹ ਵੀ USA ਤੋਂ। ਫਿਰ ਗੱਲ ਕਰਦੇ ਹਾਂ ਬ੍ਰਿਟੇਨ ਦੀ। ਬ੍ਰਿਟੇਨ ਤੋਂ ਆਪਾਂ ਲਿਆ ਹੈਗਾ ਜੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਆਪਣੀ ਜਿਹੜੀ ਗਵਰਨਮੈਂਟ ਹੈ ਨਾ ਉਹ ਪਾਰਲੀਮੈਂਟਰੀ ਹੈ, ਪ੍ਰੈਜ਼ੀਡੈਂਟ ਨਹੀਂ ਹੈਗੀ। ਹਾਂ, ਪ੍ਰੈਜ਼ੀਡੈਂਟ ਆਪਣੇ ਦੇਸ਼ ਦੇ ਵਿੱਚ ਹੁੰਦਾ ਹੈਗਾ, ਲੇਕਿਨ ਪ੍ਰੈਜ਼ੀਡੈਂਟ ਕੋਲ ਸਾਰੀ ਪਾਵਰ ਨਹੀਂ ਹੈਗੀ। ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹਦੇ ਕੋਲ ਪਾਵਰ ਹੈ, ਅਤੇ ਆਪਣੇ ਕੋਲ ਪਾਰਲੀਮੈਂਟਰੀ ਗਵਰਨਮੈਂਟ ਆਪਾਂ ਬਣਾਉਂਦੇ ਹਾਂ। ਰੂਲ ਆਫ ਲਾਅ ਹੋ ਗਿਆ, ਲੈਜਿਸਲੇਟਿਵ ਪ੍ਰੋਸੀਜਰ, ਸਿੰਗਲ ਸਿਟੀਜ਼ਨਸ਼ਿਪ, ਕੈਬਨਿਟ ਸਿਸਟਮ, ਪ੍ਰੈਰੋਗੇਟਿਵ ਰਿਟਸ। ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ 5 ਪ੍ਰਕਾਰ ਦੀ ਰਿਟਸ ਨੇ। ਜੇਕਰ ਤੁਸੀਂ ਡਿਟੇਲ ਵੀ ਜਾਣਨਾ ਚਾਹੁੰਦੇ ਹੋ ਤਾਂ ਮੇਰੀ ਇੰਡੀਅਨ ਪੋਲਿਟੀ ਦੀ ਸੀਰੀਜ਼ ਦੇਖ ਸਕਦੇ ਹੋ ਤੁਸੀਂ। ਅਤੇ ਪਾਰਲੀਮੈਂਟਰੀ ਜਿਹੜੇ ਪ੍ਰਿਵਿਲੇਜਸ ਨੇ ਉਹਦੇ ਬਾਰੇ ਬ੍ਰਿਟੇਨ ਵਿੱਚੋਂ ਲਿਆ ਗਿਆ ਹੈ। ਅਤੇ ਬਾਈਕੈਮਰਲਿਜ਼ਮ ਮੈਂ ਹੁਣੀ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਸਟੇਟ ਦੀ 2 ਸਭਾਵਾਂ ਹੋਣਾ। ਜੇ ਮੈਂ ਸੈਂਟਰ ਦੀ ਗੱਲ ਕਰਾਂ ਤਾਂ ਲੋਕ ਸਭਾ ਅਤੇ ਰਾਜ ਸਭਾ ਹੋ ਗਿਆ, ਅਤੇ ਜੇ ਮੈਂ ਸਟੇਟ ਦੀ ਗੱਲ ਕਰਾਂ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ। ਹੁਣ ਜਿਵੇਂ ਪੰਜਾਬ ਹੈ ਤਾਂ ਪੰਜਾਬ ਵਿੱਚ ਸਿਰਫ ਵਿਧਾਨ ਸਭਾ ਹੈ, ਵਿਧਾਨ ਪਰਿਸ਼ਦ ਨਹੀਂ ਹੈ। ਯੂਨੀਕੈਮਰਲਿਜ਼ਮ ਹੈਗਾ, ਬਾਈਕੈਮਰਲਿਜ਼ਮ ਪੰਜਾਬ ਦੇ ਵਿੱਚ ਨਹੀਂ ਹੈ। ਨੈਕਸਟ ਗੱਲ ਕਰਦਾ ਹੈ, ਦ ਆਈਡੀਆ ਆਫ ਕੰਕਰੈਂਟ ਲਿਸਟ ਇਨ ਦ ਇੰਡੀਅਨ ਕੌਨਸਟੀਟਿਊਸ਼ਨ ਹੈਜ਼ ਬੀਨ ਬੋਰੋਡ ਫਰੋਮ। ਤੁਹਾਨੂੰ ਪਤਾ ਹੀ ਹੈ ਆਪਣੇ ਸ਼ਡਿਊਲ 7ਵੇਂ ਦੇ ਵਿੱਚ 3 ਲਿਸਟਾਂ ਆਉਂਦੀਆਂ ਨੇ ਜੀ, ਯੂਨੀਅਨ, ਸਟੇਟ ਅਤੇ ਕੰਕਰੈਂਟ। ਯੂਨੀਅਨ ਦੇ ਵਿੱਚ ਯੂਨੀਅਨ ਨੂੰ ਪਾਵਰ ਨੇ, ਸਟੇਟ ਦੇ ਵਿੱਚ ਸਟੇਟ ਨੂੰ ਪਾਵਰ ਨੇ, ਅਤੇ ਕੰਕਰੈਂਟ ਦੇ ਵਿੱਚ ਦੋਨਾਂ ਨੂੰ ਮਿਲ ਜੁਲ ਕੇ ਪਾਵਰ ਹੁੰਦੀਆਂ ਨੇ। ਲੇਕਿਨ ਜੇ ਮੈਂ ਕੁੱਲ ਮਿਲਾ ਕੇ ਗੱਲ ਕਰਾਂ ਤਾਂ ਸੈਂਟਰ ਕੋਲ ਜ਼ਿਆਦਾ ਪਾਵਰ ਹੁੰਦੀਆਂ ਨੇ ਐਜ਼ ਕੰਪੇਅਰ ਟੂ ਸਟੇਟ।
ਇਹ ਆਪਾਂ ਕਿੱਧਰੋਂ ਲਿੱਤਾ ਹੈਗਾ, ਤਾਂ ਆਪਾਂ ਲਿੱਤਾ ਜੀ ਆਸਟ੍ਰੇਲੀਆ ਦੇ ਕਨਸਟੀਟਿਊਸ਼ਨ ਤੋਂ। ਤਾਂ ਆਪਸ਼ਨ ਨੰਬਰ ਸੀ ਇਹਦਾ ਰਾਈਟ ਆਨਸਰ ਹੋਊਗਾ, ਆਸਟ੍ਰੇਲੀਆ। ਹੁਣ ਆਪਾਂ ਕੁਝ ਹੋਰ ਚੀਜ਼ਾਂ ਵੀ ਡਿਸਕਸ ਕਰ ਲੈਂਦੇ ਹਾਂ, ਹੁਣ ਇੰਨੀ ਗੱਲ ਕਰ ਰਹੇ ਹਾਂ ਤਾਂ। ਜਿਵੇਂ ਆਸਟ੍ਰੇਲੀਆ ਤੋਂ ਆਪਾਂ ਕੀ ਲਿੱਤਾ ਹੈ ਜੀ, ਕਨਕਰੈਂਟ ਲਿਸਟ ਬਾਰੇ ਲਿੱਤਾ ਹੈ। ਜਦੋਂ ਵੀ ਡੈਡਲੋਕ ਦੀ ਕੰਡੀਸ਼ਨ ਬਣੂਗੀ ਆਪਣੇ ਪਾਰਲੀਮੈਂਟ ਦੇ ਵਿੱਚ, ਤਾਂ ਪ੍ਰੈਜ਼ੀਡੈਂਟ ਕੀ ਕਰੂਗਾ, ਅੰਡਰ ਆਰਟੀਕਲ 108 ਜੁਆਇੰਟ ਸੀਟਿੰਗ ਆਫ ਬੋਥ ਹਾਊਸਿਸ ਨੂੰ ਸੰਮਨ ਕਰੇਗਾ। ਫਰੀਡਮ ਆਫ ਟ੍ਰੇਡ ਐਂਡ ਕਾਮਰਸ ਵੀ ਆਪਾਂ ਆਸਟ੍ਰੇਲੀਆ ਤੋਂ ਲਿੱਤਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜਰਮਨੀ ਤੋਂ ਆਪਾਂ ਕੀ ਲਿਆ ਜੀ, ਜਿਵੇਂ ਫੰਡਾਮੈਂਟਲ ਰਾਈਟਸ ਜਿਹੜੇ ਸਸਪੈਂਡ ਹੁੰਦੇ ਨੇ ਐਮਰਜੈਂਸੀ ਦੇ ਦੌਰਾਨ, ਉਹ ਜਰਮਨੀ ਤੋਂ ਲਿੱਤੇ ਗਏ ਨੇ। ਹਾਲਾਂਕਿ ਮੈਂ ਇੱਕ ਗੱਲ ਹੋਰ ਮੈਂਸ਼ਨ ਕਰਦਾ ਕਿ ਆਰਟੀਕਲ ਨੰਬਰ 20 ਤੇ 21, ਕਿਉਂਕਿ ਆ ਜਿਹੜਾ 44th ਅਮੈਂਡਮੈਂਟ ਸੀਗਾ ਉਹਦੇ ਬਾਅਦ ਹੋਇਆ ਸੀਗਾ ਕਿ 20 ਤੇ 21 ਆਰਟੀਕਲ ਜਿਹੜੇ ਨੇ ਉਹ ਸਸਪੈਂਡ ਨਹੀਂ ਹੋਣਗੇ, ਚਾਹੇ ਐਮਰਜੈਂਸੀ ਵੀ ਲੱਗੀ ਹੋਵੇ। ਇਹਨੂੰ ਆਪਾਂ ਵਾਈਮਰ ਦਾ ਕਨਸਟੀਟਿਊਸ਼ਨ ਵੀ ਕਹਿੰਦੇ ਨੇ ਜਰਮਨੀ ਵਾਲੇ ਨੂੰ। ਸਾਊਥ ਅਫਰੀਕਾ ਤੋਂ ਆਪਾਂ ਕੀ ਲਿੱਤਾ ਜੀ, ਇੱਕ ਤਾਂ ਇਲੈਕਸ਼ਨ ਆਫ ਮੈਂਬਰ ਆਫ ਰਾਜ ਸਭਾ ਅਤੇ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਿੱਦਾਂ ਕਰਨਾ, ਇਹ ਵੀ ਆਪਾਂ ਸਾਊਥ ਅਫਰੀਕਾ ਤੋਂ ਲਿਆ। ਫਰਾਂਸ ਦੀ ਗੱਲ ਕਰਦੇ ਹਾਂ। ਫਰਾਂਸ ਤੋਂ ਆਪਾਂ ਕੰਸੈਪਟ ਆਫ ਰਿਪਬਲਿਕ, ਆਈਡੀਅਲਸ ਆਫ ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ, ਇਹ ਵੀ ਆਪਾਂ ਜਿਹੜਾ ਕਿ ਆਪਣੇ ਪ੍ਰੈਂਬਲ ਦੇ ਵਿੱਚ ਹੈਗਾ, ਇਹ ਆਪਾਂ ਫਰਾਂਸ ਤੋਂ ਲਿੱਤਾ। ਅਤੇ ਨੈਕਸਟ ਗੱਲ ਕਰ ਰਹੇ ਆਪਾਂ ਫੰਡਾਮੈਂਟਲ ਰਾਈਟਸ ਕਿਹੜੇ ਕਨਸਟੀਟਿਊਸ਼ਨ ਤੋਂ ਅਡੋਪਟ ਕੀਤੇ। ਮੈਂ ਹੁਣੀ ਡਿਸਕਸ ਕਰਕੇ ਹਟਿਆ ਸੀਗਾ ਜੀ, ਇਹ ਆਪਾਂ ਨੂੰ ਅਮੈਰੀਕਾ, USA, ਯੂਨਾਈਟਿਡ ਸਟੇਟਸ ਆਫ ਅਮੈਰੀਕਾ ਤੋਂ ਲਿੱਤੇ ਸੀਗੇ। ਅਤੇ ਜਿਹੜਾ ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਉਹਦੇ ਪ੍ਰੈਜ਼ੀਡੈਂਟ ਨੂੰ ਬਾਈ ਪੋਟਸ ਵੀ ਕਹਿੰਦੇ ਆ, ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ। ਤਾਂ ਇਸ ਟਾਈਮ ਪੋਟਸ ਕੌਣ ਹੈ ਆਪਾਂ ਨੂੰ ਪਤਾ ਹੀ ਹੈ, ਬਾਈਡਨ ਸਾਹਿਬ ਨੇ। ਅਤੇ ਆਪਾਂ ਰਸ਼ੀਆ ਤੋਂ ਕਿਹੜੇ ਚੀਜ਼ਾਂ ਅਮੈਂਡ ਕੀਤੀਆਂ ਨੇ, ਯਾਨੀ ਕਿ ਬੋਰੋ ਕੀਤੀਆਂ ਨੇ। ਡਿਊਟੀਜ਼ ਹੋ ਗਿਆ, ਫੰਡਾਮੈਂਟਲ ਡਿਊਟੀਜ਼, ਅਤੇ ਆਈਡੀਅਲ ਆਫ ਜਸਟਿਸ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ ਜਿਹੜਾ ਪ੍ਰੈਂਬਲ ਦੇ ਵਿੱਚ ਲਿਖਿਆ ਹੋਇਆ ਉਹ ਵੀ ਆਪਾਂ ਰਸ਼ੀਆ ਤੋਂ ਹੀ ਲਿਆ। ਹੁਣ ਆਪਾਂ ਗੱਲ ਕਰਦੇ ਕੈਨੇਡਾ ਦੀ। ਜਿਹੜੇ ਰੈਜ਼ੀਡਿਊਅਲ ਪਾਵਰ ਨੇ ਉਹ ਸੈਂਟਰ ਕੋਲ ਰਹਿਣਗੇ। ਰੈਜ਼ੀਡਿਊਅਲ ਪਾਵਰ ਉਹ ਜਿਹੜੀ ਚੀਜ਼ਾਂ ਬੇਸਿਕਲੀ ਸੰਵਿਧਾਨ ਦੇ ਵਿੱਚ ਮੈਂਸ਼ਨ ਨਹੀਂ ਕੀਤੀ ਗਈਆਂ, ਤਾਂ ਉਹਦੇ ਉੱਪਰ ਕਾਨੂੰਨ ਬਣਾਉਣ ਦਾ ਅਧਿਕਾਰ ਕਿਹਦੇ ਕੋਲ ਹੈ, ਉਹਨੂੰ ਕਹਿੰਦੇ ਨੇ ਆਪਾਂ ਰੈਜ਼ੀਡਿਊਅਲ ਪਾਵਰ। ਤਾਂ ਉਹਦਾ ਹੱਕ ਹੈਗਾ ਸੈਂਟਰ ਕੋਲ। ਜਿਹੜੇ ਗਵਰਨਰ ਅਪੋਇੰਟ ਕਰਦੇ ਨੇ ਸਟੇਟ ਦੇ ਵਿੱਚ, ਉਹ ਸੈਂਟਰ ਕਰਦੇ ਨੇ, ਆ ਵੀ ਆਪਾਂ ਕੈਨੇਡਾ ਤੋਂ ਲਿਆ ਹੋਇਆ। ਅਤੇ ਜਿਹੜੀ ਐਡਵਾਈਜ਼ਰੀ ਜੁਰੀਡਿਕਸ਼ਨ ਹੈ, ਐਡਵਾਈਜ਼ਰੀ ਜੁਰੀਡਿਕਸ਼ਨ ਤੁਹਾਨੂੰ ਪਤਾ ਹੀ ਹੈ, ਅੰਡਰ ਆਰਟੀਕਲ 143 ਸੁਪਰੀਮ ਕੋਰਟ ਜਿਹੜਾ ਹੈ ਪ੍ਰੈਜ਼ੀਡੈਂਟ ਨੂੰ ਐਡਵਾਈਜ਼ ਕਰਦਾ, ਜਿਹਨੂੰ ਆਪਾਂ ਕੀ ਐਡਵਾਈਜ਼ਰੀ ਜੁਰੀਡਿਕਸ਼ਨ ਬੋਲਦੇ ਹਾਂ। ਚਲੋ ਆਹ ਤਾਂ ਸੀਗਾ ਜੀ ਆਪਣਾ ਪਹਿਲਾ ਪਾਰਟ। ਹੁਣ ਤੁਹਾਨੂੰ ਰੈਗੂਲਰ ਵੀਡੀਓ ਮਿਲਣਗੀਆਂ। ਆਈ ਹੋਪ ਸੋ ਕਿ ਤੁਹਾਡੇ GK ਦਾ ਸੈਕਸ਼ਨ ਤਾਂ ਮੈਂ ਐਗਜ਼ਾਮ ਤੋਂ ਪਹਿਲਾਂ ਡੈਫੀਨੇਟਲੀ ਕਵਰ ਕਰਦਾ। ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਹੋ ਤਾਂ ਸ਼ੇਅਰ ਤਾਂ ਕਰਿਓ, ਸਾਥ ਵਿੱਚ ਲਾਈਕ ਵੀ ਕਰਿਓ ਜੀ। ਤਾਂ ਥੈਂਕਸ ਫॉर ਵਾਚਿੰਗ। ਜਲਦੀ ਮਿਲਾਂਗੇ ਕੱਲ੍ਹ ਨੂੰ। ਜੈ ਹਿੰਦ, ਜੈ ਭਾਰਤ। ਅਤੇ ਆਈ ਹੋਪ ਕਿ ਸਿਲੇਬਸ ਤੁਹਾਨੂੰ ਕੰਪਲੀਟ ਹੀ ਮਿਲੇਗਾ। ਜੇ ਮੌਕਾ ਲੱਗਿਆ ਤਾਂ ਦਿਨ ਦੇ ਵਿੱਚ 2 ਵੀਡੀਓ ਵੀ ਪਾਈ ਜਾਣਗੀਆਂ, ਵਰਨਾ ਇੱਕ ਤਾਂ ਪਊਗੀ। ਸੋ ਥੈਂਕ ਯੂ ਜੀ, ਥੈਂਕਸ ਫॉर ਵਾਚਿੰਗ।